ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਨਾਹੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਬਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਬੀਸਰਿਆ। ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਹਬਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਸੋਲਹੇ ਤੀਜਾ, ਜਿਸਨੋ ਨਦਰ ਹੋਵੈ ਤੁਰ ਤੇਰੀ। ਮਰੈ ਨ ਜੰਮੈ ਚੂਕੈ ਫੇਰੀ, ਸਾਚੇ ਗੁਣ ਗਾਵੈ ਦਿਨ ਰਾਤੀ। ਜੁਗ ਜੁਗ ਏਕੋ ਜਾਤਾ ਹੈ, ਜਿਸਨੋ ਨਦਰ ਹੋਵੈ ਧੁਰ ਤੇਰੀ। ਮਰੈ ਨ ਜੰਮੈ ਚੂਕੈ ਫੇਰੀ, ਸਾਚੇ ਗੁਣ ਗਾਵੈ ਦਿਨ ਰਾਤੀ। ਜੁਗ ਜੁਗ ਏਕੋ ਜਾਤਾ ਹੈ, ਮਾਇਆ ਮੋਹੇ ਸਭ ਜਗਤ ਉਪਾਇਆ।
ਬ੍ਰਹਮਾ ਵਿਸ਼ਨ ਦੇਵ ਸਬਾਇਆ। ਜੋ ਤੁਧ ਭਾਣੇ ਸੇ ਨਾਮ ਲਾਗੇ, ਗਿਆਨ ਮਤੀ ਪਛਾਤਾ ਹੈ। ਪਾਪ ਪੁੰਨ ਵਰਤੈ ਸੰਸਾਰਾ, ਹਰਖ ਸੋਗ ਸਭ ਦੁਖ ਹੈ ਭਾਰਾ। ਗੁਰਮੁਖ ਹੋਵੈ ਸੋ ਸੁਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਹੈ। ਕਿਰਤ ਨ ਕੋਈ ਮੇਟਣ ਹਾਰਾ, ਗੁਰ ਕੈ ਸ਼ਬਦੇ ਮੋਖ ਦੁਆਰਾ। ਪੂਰਬ ਲਿਖਿਆ ਸੋ ਫਲ ਪਾਇਆ, ਜਿਨ ਆਪ ਮਾਰ ਪਛਾਤਾ ਹੈ। ਮਾਇਆ ਮੋਹੇ ਹਰਿ ਸਿਉ ਚਿਤ ਨਾ ਲਾਗੈ, ਦੂਜੈ ਭਾਏ ਘਣਾ ਦੁਖ ਆਗੈ। ਮਨ ਮੁਖ ਭਰਮ ਭੁੱਲੇ ਭੇਖ ਧਾਰੀ, ਅੰਤ ਕਾਲ ਪਛਤਾਤਾ ਹੈ। ਮਾਇਆ ਮੋਹੇ ਹਰਿ ਸਿਉ ਚਿਤ ਨਾ ਲਾਗੈ, ਦੂਜੈ ਭਾਏ ਘਣਾ ਦੁਖ ਆਗੈ। ਮਨ ਮੁਖ ਭਰਮ ਭੁੱਲੇ ਭੇਖ ਧਾਰੀ, ਅੰਤ ਕਾਲ ਪਛਤਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਕੱਲ ਵਾਲੀ ਵਿਚਾਰ ਦੇ ਵਿੱਚ ਆਪ ਜੀ ਨੇ ਪਹਿਲੇ 3 ਬੰਦਾਂ ਦੀ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਜੀ ਚੌਥੇ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ।
ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਉਚਾਰਨ ਕਰੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਇਆ ਜਿਸਨੋ ਨਦਰ ਹੋਵੈ ਧੁਰ ਤੇਰੀ, ਮਰੈ ਨ ਜੰਮੈ ਚੂਕੈ ਫੇਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਆਰੰਭਤਾ ਵਿੱਚ ਪਾਤਸ਼ਾਹ ਜੀ ਵਚਨ ਕਰਦੇ ਹਨ ਕਿ ਹੇ ਜਿਸਨੂੰ ਨਦਰ ਹੋਵੈ ਧੁਰ ਤੇਰੀ। ਹੇ ਵਾਹਿਗੁਰੂ, ਹੇ ਪਰਮਾਤਮਾ, ਜਿਸ ਜੀਵ ਦੇ ਉੱਤੇ ਤੇਰੀ ਧੁਰੋਂ ਦਰਗਾਹੋਂ, ਨਦਰ ਦਾ ਅਰਥ ਹੈ ਮਿਹਰ ਹੋਵੇ, ਤੇਰੀ ਕਿਰਪਾ ਹੋਵੇ, ਧੁਰੋਂ ਦਰਗਾਹੋਂ ਜੋ ਬਖਸ਼ਿਸ਼ ਪ੍ਰਾਪਤ ਕਰਕੇ ਆਇਆ ਹੋਵੇ ਨਾ, ਉਹ ਫਿਰ ਆਪ ਜੀ ਦੀ ਕਿਰਪਾ ਸਦਕਾ, ਆਪ ਜੀ ਦੀ ਬਖਸ਼ਿਸ਼ ਸਦਕਾ ਸਾਸ ਗਰਾਸ ਦੁਆਰਾ ਪਰਮਾਤਮਾ ਦਾ ਨਾਮ ਜਪਦਾ ਹੈ। ਫਿਰ ਉਹ ਜੀਵ ਮਰੈ ਨ ਜੰਮੈ ਚੂਕੈ ਫੇਰੀ। ਨਾ ਉਹ ਵਾਰ-ਵਾਰ ਜੰਮਦਾ ਤੇ ਨਾ ਮਰਦਾ ਹੈ। ਭਾਵ ਉਹਦਾ ਜਿਹੜਾ ਸੰਸਾਰ ਦੀ ਫੇਰੀ ਹੈ ਨਾ, ਸਤਿਗੁਰੂ ਮਹਾਰਾਜ ਕਿਰਪਾ ਕਰਕੇ ਉਹ ਖਤਮ ਕਰ ਦਿੰਦੇ ਨੇ। ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪਰ ਤੇਰੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਹੈ। ਜਦੋਂ ਤੱਕ ਤੂੰ ਬਖਸ਼ਿਸ਼ ਨਹੀਂ ਕਰਦਾ, ਉਦੋਂ ਤੱਕ ਜੀਵ ਦੀਆਂ ਝੋਲੀਆਂ ਨਹੀਂ ਭਰ ਸਕਦੀਆਂ ਹਨ। ਤੇਰੀ ਕਿਰਪਾ ਦੇ ਵਿੱਚ ਅੰਮ੍ਰਿਤ ਹੈ। ਜੋ ਤੂੰ ਕਿਰਪਾ ਕਰਦਾ, ਤੂੰ ਰਹਿਮਤ ਕਰਦਾ ਹੈ, ਉਸ ਬਖਸ਼ਿਸ਼ ਦੇ ਨਾਲ ਫਿਰ ਤੂੰ ਜੀਵਾਂ ਦੇ ਸਾਰੇ ਦੁੱਖ ਦਲਿੱਦਰ ਇਤਿਆਦਿਕ ਇਹ ਸਭ ਕੁਝ ਦੂਰ ਕਰ ਦਿੰਦਾ ਹੈ। ਭੱਟ ਸਾਹਿਬਾਨ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ। ਭੱਟ ਜੀ ਕਹਿੰਦੇ ਨੇ, ਆਮਿਆਂ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਬਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਭ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਭੱਟ ਟਲ ਜੀ ਇਹ ਬਚਨ ਕਰਦੇ ਹਨ। ਕਹਿੰਦੇ ਨੇ, ਹੇ ਪ੍ਰਮਾਤਮਾ, ਹੇ ਗੁਰੂ ਜੀ, ਜਿਹੜੀ ਤੁਹਾਡੀ ਨਿਗਾਹ ਹੈ ਨਾ, ਜਿਹਦੇ ਉੱਤੇ ਤੁਹਾਡੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਮਿਹਰ ਹੁੰਦੀ ਹੈ, ਅੰਮ੍ਰਿਤਮਈ ਨਿਗਾਹ ਨਾਲ ਆਪ ਜੀ ਤੱਕਦੇ ਹੋ। ਕਹਿੰਦੇ ਅਮੇ ਦ੍ਰਿਸ਼ ਸ਼ੁਭ ਕਰੈ, ਉਸ ਜੀਵ ਨੂੰ ਸ਼ੁਭ ਕਰ ਦਿੰਦੇ ਹੋ। ਉਹ ਜਿੰਨੇ ਵੀ ਕੀਤੇ ਹੋਏ ਪਾਪ ਨੇ ਜ਼ਿੰਦਗੀ ਵਿੱਚ, ਮਨੁੱਖ ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਤੱਕ ਅਨੇਕਾਂ ਹੀ ਕਰਮ ਕਰਦਾ, ਅਨੇਕਾਂ ਪ੍ਰਕਾਰ ਦੇ ਪਾਪ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ, ਇਹ ਵੀ ਜਿਹੜੇ ਕੀਤੇ ਹੋਏ ਪਾਪ ਨੇ ਜਾਂ ਪਿਛਲੇ ਜਨਮ ਦੇ ਜਿਹੜੇ ਕੀਤੇ ਹੋਏ ਕਰਮ ਨੇ, ਉਹ ਸਾਰੇ ਇੱਕ ਥਾਂ 'ਤੇ ਇਕੱਤਰ ਹੁੰਦੇ ਨੇ। ਇਹਨਾਂ 'ਚ ਵਾਧਾ ਹੁੰਦਾ ਜਾਂਦਾ ਹੈ। ਪਰ ਜਦੋਂ ਸਤਿਗੁਰੂ ਮਹਾਰਾਜ ਦੀ ਨਿਗਾਹ ਪੈਂਦੀ ਹੈ ਨਾ, ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹਰੈ ਅਗ ਪਾਪ ਸਕਲ ਮਲ। ਜਿੰਨੇ ਵੀ ਛੋਟੇ ਵੱਡੇ ਪਾਪ ਨੇ, ਵਿਕਾਰਾਂ ਦੀ ਮੈਲ ਹੈ, ਇਹ ਸਾਰੀ ਹੀ ਖਤਮ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਇੱਥੋਂ ਤੱਕ ਪਾਤਸ਼ਾਹ ਜੀ ਅਗਲੀ ਪੰਕਤੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਆਮਿਆਂ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਜਿਹੜੇ ਇਹ ਪੰਜ ਨੇ, ਇਹਨਾਂ ਪੰਜਾਂ ਉੱਤੇ ਕਾਬੂ ਪਾਉਣਾ ਬੜਾ ਔਖਾ ਹੈ।
ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸੰਤ ਮਹਾਤਮਾ ਰਿਸ਼ੀ ਮੁਨੀ ਕਹਾਉਂਦੇ ਸਨ, ਉਹ ਪੰਜਾਂ ਉੱਤੇ ਕਾਬੂ ਨਹੀਂ ਪ੍ਰਾਪਤ ਕਰ ਸਕੇ। ਕਿਸੇ ਨੂੰ ਮੋਹ ਨੇ ਜਕੜ ਲਿਆ, ਕਿਸੇ ਨੂੰ ਕਾਮ ਨੇ ਜਕੜਨਾ ਕੀਤਾ, ਕਿਸੇ ਨੂੰ ਕ੍ਰੋਧ ਨੇ ਜਕੜਨਾ ਕੀਤਾ ਹੈ। ਇਸ ਤਰ੍ਹਾਂ ਹੀ ਗਲਤਾਨ ਹੋ ਗਏ ਅਤੇ ਇਸ ਤਰ੍ਹਾਂ ਵਾਰ-ਵਾਰ ਜੰਮਣ ਮਰਨ ਦੇ ਵਿੱਚ ਪੈਂਦੇ ਰਹੇ। ਪਰ ਜਿਨ੍ਹਾਂ ਉੱਤੇ ਹੈ ਗੁਰੂ ਪਾਤਸ਼ਾਹ ਮਹਾਰਾਜ ਆਪ ਜੀ ਦੀ ਨਿਗਾਹ ਹੁੰਦੀ ਹੈ, ਆਪ ਦੀ ਮਿਹਰ ਹੁੰਦੀ ਹੈ, ਉਹਨਾਂ ਉੱਤੇ ਤੁਸੀਂ ਬਖਸ਼ਿਸ਼ ਕਰਦੇ ਨੇ। ਇਹਨਾਂ ਨੂੰ ਪੰਜਾਂ ਨੂੰ ਕੰਟਰੋਲ ਕਰਨ ਦੀ ਜੁਗਤੀ ਦੱਸ ਦਿੰਦੇ ਨੇ। ਪੰਜ ਮੁੱਕਦੇ ਨਹੀਂ ਹਨ। ਰੱਬ ਦੇ ਪਿਆਰਿਆਂ ਦੇ ਅੰਦਰ ਜਿਹੜੇ ਇਹ ਪੰਜ ਨੇ, ਇਹ ਹਰ ਇੱਕ ਜੀਵ ਦੇ ਅੰਦਰ, ਚਾਹੇ ਉਹ ਗੁਰਮੁਖ ਨੇ ਚਾਹੇ ਮਨਮੁਖ ਹਨ, ਪਰ ਗੁਰਮੁਖਾਂ ਨੂੰ ਇਹਨਾਂ ਪੰਜਾਂ ਉੱਤੇ ਕੰਟਰੋਲ ਕਰਨਾ ਆ ਗਿਆ। ਇਹ ਪਤਾ ਲੱਗ ਗਿਆ ਇਹਨਾਂ ਪੰਜਾਂ ਦਾ ਇਸਤੇਮਾਲ ਕਿਸ ਤਰੀਕੇ ਨਾਲ ਕਰਨਾ ਹੈ। ਅਤੇ ਮਨਮੁੱਖਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈ, ਅਤੇ ਮਨਮੁੱਖ ਜੀਵ ਗੁਰੂ ਸਵਾਰਿਓ ਇਹਨਾਂ ਦੇ ਅਧੀਨ ਹੋ ਜਾਂਦੇ ਨੇ। ਅਤੇ ਜਿਹੜੇ ਗੁਰਮੁਖ ਹੁੰਦੇ ਨੇ ਅਤੇ ਗੁਰਮੁਖਾਂ ਦੇ ਅਧੀਨ ਫਿਰ ਜਿਹੜੇ ਇਹ ਪੰਜ ਹੋ ਜਾਂਦੇ ਹਨ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੇ ਪ੍ਰਮਾਤਮਾ, ਹੇ ਗੁਰੂ ਜੀ, ਤੁਹਾਡੀ ਜਿਨ੍ਹਾਂ ਉੱਤੇ ਮਿਹਰ ਹੁੰਦੀ ਹੈ ਉਹ ਪੰਜਾਂ ਨੂੰ ਫਿਰ ਵੱਸ ਕਰ ਲੈਂਦੇ ਹਨ। ਇੱਥੋਂ ਤੱਕ ਜੀਵ ਕਹਿੰਦਾ ਮੇਰੇ ਦੁੱਖ ਨਹੀਂ ਦੂਰ ਹੁੰਦੇ। ਕਿਸੇ ਨਾਲ ਆਪਣਾ ਦੁੱਖ ਦੱਸਣਾ ਕਰੀਏ ਨਾ ਕਿ ਮੈਨੂੰ ਆਹ ਫਲਾਣਾ ਦੁੱਖ ਹੈ, ਅਤੇ ਅੱਗੋਂ ਸੁਣਨ ਵਾਲਾ ਆਪਣਾ ਦੁੱਖ ਸੁਣਾ ਦਿੰਦਾ ਕਿ ਭਰਾਵਾ ਤੂੰ ਇਸ ਦੁੱਖ ਦੀ ਗੱਲ ਕਰਦਾ ਹੈ ਅਤੇ ਮੈਨੂੰ ਤਾਂ ਤੇਰੇ ਨਾਲ ਵੱਡਾ ਦੁੱਖ ਹੈ, ਮੈਨੂੰ ਆਹ ਦੁੱਖ ਚਿੰਬੜਿਆ ਹੋਇਆ ਹੈ। ਅਤੇ ਗੁਰੂ ਪਾਤਸ਼ਾਹ ਕਹਿੰਦੇ ਤੂੰ ਫਿਕਰ ਨਾ ਕਰ, ਜਿਨ੍ਹਾਂ ਉੱਤੇ ਗੁਰੂ ਦੀ ਨਿਗਾਹ ਹੋ ਗਈ, ਗੁਰੂ ਦੀ ਮਿਹਰ ਹੋ ਗਈ, ਉਹਦੇ ਸਦੀਵੀ ਕਾਲੀ ਸੰਸਾਰ ਦੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਣਗੇ। ਹੁਣ ਸਭ ਤੋਂ ਵੱਡਾ ਦੁੱਖ ਹੈ ਜੰਮਣ ਮਰਨ ਦਾ ਦੁੱਖ। ਜਨਮ ਲੈ ਕੇ ਸੰਸਾਰ ਵਿੱਚ ਆਇਆ ਅਤੇ ਮਰ ਕੇ ਚਲਿਆ ਗਿਆ। ਉਸ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਦੁੱਖ। ਸਾਕ ਸੰਬੰਧੀ ਨੇ, ਮਿੱਤਰ ਸੱਜਣ ਨੇ, ਪੁੱਤਰ ਧੀਆਂ ਹਨ, ਉਹਨਾਂ ਦੇ ਵਿੱਚੋਂ ਕੋਈ ਆਪਣਾ ਚਲਿਆ ਜਾਵੇ, ਵਿਛੋੜਾ ਪੈ ਜਾਵੇ, ਅਤੇ ਉਹ ਬਹੁਤ ਵੱਡਾ ਦੁੱਖ ਹੈ। ਫਿਰ ਉਸ ਤੋਂ ਉਪਰੰਤ ਹੋਰ ਅਨੇਕਾਂ ਪ੍ਰਕਾਰ ਦੇ ਦੁੱਖ ਨੇ। ਰੋਟੀ ਦਾ ਦੁੱਖ, ਭੋਜਨ ਦਾ, ਪ੍ਰਸ਼ਾਦੇ ਦਾ ਦੁੱਖ। ਬੰਦੇ ਨੇ ਜਨਮ ਲਿਆ, ਜਨਮ ਲੈ ਕੇ ਮਰ ਗਿਆ, ਉਹ ਵੱਖਰੀ ਗੱਲ ਹੈ, ਉਹ ਤਾਂ ਹਰ ਇੱਕ ਨੇ ਜਾਣਾ ਸੰਸਾਰ ਤੋਂ। ਪਰ ਜੇ ਜਿਉਂਦਿਆਂ ਜੀ ਮਨੁੱਖ ਨੂੰ ਰੋਟੀ ਨਾ ਮਿਲੇ, ਪ੍ਰਸ਼ਾਦਾ ਨਾ ਮਿਲੇ, ਅਤੇ ਪ੍ਰਸ਼ਾਦੇ ਦਾ ਦੁੱਖ ਸਭ ਤੋਂ ਵੱਡਾ ਦੁੱਖ ਮੰਨਿਆ ਗਿਆ। ਕਿਉਂਕਿ ਮੌਤ ਜਿਹੜੀ ਹੈ, ਜਿਸਮਾਨੀ ਮੌਤ ਮਨੁੱਖ ਨੂੰ ਇੱਕ ਵਾਰੀ ਆਉਣੀ ਹੈ। ਜਨਮ ਲੈ ਲਿਆ, ਜਨਮ ਤੋਂ ਮਰਨ ਹੈ। ਮੌਤ ਆਈ ਅਤੇ ਸਰੀਰ ਸਮਾਪਤ, ਸਰੀਰ ਖਤਮ। ਪਰ ਜਿਹੜੀ ਭੁੱਖ ਹੈ, ਪ੍ਰਸ਼ਾਦਾ ਸਵੇਰ ਵੇਲੇ ਖਾਧਾ ਅਤੇ ਸ਼ਾਮ ਨੂੰ ਆ ਕੇ ਫੇਰ ਗੁਰੂ ਸਿਰੇ ਭੁੱਖ ਲੱਗ ਗਈ। ਰਾਤ ਨੂੰ ਖਾਧਾ, ਸਵੇਰ ਵੇਲੇ ਫੇਰ ਭੁੱਖ ਲੱਗ ਗਈ। ਜਿਹੜਾ ਇਹ ਦੁੱਖ ਹੈ, ਭੁੱਖ ਦਾ ਦੁੱਖ, ਸਭ ਤੋਂ ਵੱਡਾ ਦੁੱਖ ਮੰਨਿਆ ਗਿਆ। ਬਾਬਾ ਫਰੀਦ ਜੀ ਨੂੰ ਪੁੱਛੋ, ਫਰੀਦ ਜੀ ਕਹਿੰਦੇ ਨੇ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਖਾਧੀ ਸੁੱਤਿਆਂ, ਦਿਨ ਚੜ੍ਹਦੇ ਨੂੰ ਫੇਰ ਖੜੀ। ਕਹਿੰਦੇ ਰਾਤ ਜਦੋਂ ਰੋਟੀ ਖਾਧੀ ਹੈ, ਰੱਜ ਕੇ ਖਾਣਾ ਕੀਤੀ ਰੋਟੀ, ਪ੍ਰਸ਼ਾਦੇ ਨਾਲ ਤ੍ਰਿਪਤ ਹੋ ਗਏ ਆ। ਜਦੋਂ ਪਰ ਸਵੇਰ ਹੋਈ ਹੈ, ਸੂਰਜ ਦੀ ਜਿਹੜੀ ਟਿੱਕੀ ਹੈ ਉਹ ਨਿਕਲੀ, ਕਿਰਨਾਂ ਧਰਤੀ ਉੱਤੇ ਪਈਆਂ, ਪ੍ਰਕਾਸ਼ ਹੋਇਆ, ਫਿਰ ਜਿਹੜੀ ਇਹ ਭੁੱਖ ਹੈ ਅੱਗੇ ਆ ਕੇ ਖਲੋ ਗਈ, ਅਤੇ ਇਹ ਦੁੱਖ ਸਭ ਤੋਂ ਵੱਡਾ ਦੁੱਖ ਮੰਨਿਆ ਗਿਆ। ਇੱਥੋਂ ਤੱਕ ਕਬੀਰ ਸਾਹਿਬਾਨ ਜੈਸੇ ਮਹਾਂਪੁਰਖ, ਰੱਬ ਦੇ ਪਿਆਰੇ ਭਗਤ, ਜਿਨ੍ਹਾਂ ਨੇ ਪਰਮੇਸ਼ਰ ਨੂੰ ਉਲਾਂਭਾ ਦੇ ਕੇ ਕਹਿਣਾ ਕੀਤਾ, ਕਹਿਣ ਲੱਗੇ, ਭੂਖੇ ਭਗਤ ਨ ਕੀਜੈ, ਜਹ ਮਾਲਾ ਆਪਣੀ ਲੀਜੈ,
हो मांगो संतन रेना, मैं नाही किसी क्या देना। हुण जी आपां आम अर्थ करिए कि कबीर जी नूं भुख लगी है, घर च रश्तां बश्तां नहीं सन, ते कबीर जी कहण लगे, गरीबी सी ते कहण लगे परमात्मा आ चक अपनी माला, भुखे हाथों भगती नहीं हुंदी है। पर अंतरीव अर्थ एक भुख है प्रसादे की, दूजी भुख है विकारां की भुख। इत्थे कबीर जी कहते ने भूखे भगत न कीजै, हे परमात्मा जदों तक साडे अंदर विकारां दी भुख है, विषयां की भुख है, उद तक मालक जी तेरी भगती नहीं हो सकती। पहला साडे अंदर तू विकारां की भुख खत्म करना कर, फिर तेरी ये जिहड़ी है माला, तेरे नाम की माला फेरी जाएगी, भाव तेरा नाम जपया जाएगा। इसे प्रकार गुरु सवारियो भगत धन्ने जी दे आपां बचन पढ़ते हैं। भगत धन्ने जी ने भी भुख दे परथाए बचन कीते ने। जदों परमात्मा दे दर तो मंगना कीता, धन्ने नूं परमेश्वर दे दर्शन दीदारे होए। पहली वारी कहंदे दर्शन दीदारे होए ते परमेश्वर कहण लग्या, धन्निया दुनिया दे लोक मेरी आरती करते ने, दुनिया दे लोक आरती करते ने, तू क्यों नहीं मेरी आरती करदा? तू तो मैनूं चेते नहीं करदा, धूप बत्ती नहीं धकाउंदा, दीवा नहीं बालदा, इस तरह चंदन इत्यादक दा छिड़का नहीं करदा है, तू भी मेरी आरती करना कर। ते भगत धन्ने जी ने वचन कीते, कहण लगे परमेश्वर दुनिया दे लोक तेरी आरती करते ने, पर मैं तेरा आरता करांगा। ते शब्द उचारिया, कहते गोपाल तेरा आरता, जो जन तुमरी भगत करंते, तिनके काज सवारता। ਜਿਹੜੇ ਜਨ ਪਿਆਰੇ ਤੇਰੀ ਭਗਤੀ ਕਰਦੇ, ਬੰਦਗੀ ਕਰਦੇ ਹਨ, हे परमेश्वर गोपाल धरती ਦੀ ਪਾਲਣਾ ਕਰਨ ਵਾਲਾ, हे ਵਾਹਿਗੁਰੂ ਉਹਨਾਂ ਦੇ ਤੂੰ ਕਾਰਜ ਸਵਾਰਦਾ ਹੈ। ਤੇ ਭਗਤ ਧੰਨਾ ਜੀ ਕਹਿਣ ਲੱਗੇ ਭਜਨ ਬੰਦਗੀ ਕਰਨ ਤੋਂ ਪਹਿਲਾਂ, ਤੇਰੀ ਆਰਤੀ ਕਰਨ ਤੋਂ ਪਹਿਲਾਂ ਮੇਰੀਆਂ ਕੁਝ ਕੁ ਮੰਗਾਂ ਨੇ। ਜੇ ਮੰਗਣ ਦਾ ਤਰੀਕਾ ਸਿੱਖਣਾ ਨਾ, ਗੁਰੂ ਪਾਤਸ਼ਾਹ ਮੰਗਦੇ ਆਪਾਂ ਦੁੱਧ ਪੁੱਤ ਮੰਗਦੇ ਆ, ਕਾਰੋਬਾਰ ਮੰਗਦੇ ਆ, ਤੇ ਭਗਤ ਧੰਨਾ ਜੀ ਦਾ ਸ਼ਬਦ ਸਾਹਮਣੇ ਖਲੋ ਕੇ ਸਤਿਗੁਰ ਦੇ ਪੜ੍ਹ ਲਿਆ ਕਰੋ ਕਿ ਭਗਤ ਧੰਨੇ ਜੀ ਨੇ ਇੱਕ ਸ਼ਬਦ ਦੇ ਵਿੱਚ ਸਭ ਕੁਝ ਮੰਗ ਲਿਆ। ਕਹਿਣ ਲੱਗੇ ਮੇਰੀਆਂ ਕੁਝ ਮੰਗਾਂ ਨੇ, ਪਹਿਲਾਂ ਤੁਸੀਂ ਮੇਰੀਆਂ ਉਹ ਮੰਗਾਂ ਪੂਰੀਆਂ ਕਰੋ, ਮੇਰੀ ਲੋੜਾਂ ਪੂਰੀਆਂ ਕਰੋ। ਜਦੋਂ ਮੇਰੀਆਂ ਲੋੜਾਂ ਪੂਰੀਆਂ ਹੋਣਗੀਆਂ ਫਿਰ ਮੇਰੇ ਮਨ 'ਚ ਭਟਕਣਾ ਨਹੀਂ ਰਹੇਗੀ। मैं से तुहाडी मन इकाग्र चित करके मैं तुहाडी बंदगी करांगा, इधर उधर मेरा मन नहीं भटकेगा। कहन लगे मंगा की सी? कहन लगे जो जन तुमरी भगत करंते, तिनके काज सवारता रहाओ। दाल सीधा मांगो घियो, हमारा खुशी करै नित जियो। पनिया शादन नीका, अनाज मंगो सत सीका। गौ भैंस मंगो लावेरी, एक ताजन तुरी चंगेरी। ये वस्तुआं मंग लियां, दाल मंग लिया, घिओ मंग लिया, रसीदा मंग लिया। कहंदे फिर सोहना पहनण लई जोड़ा मंग लिया, ते तन ढकण लई चंगा वस्त्र मंग लिया, रेशमी वस्त्र, ये सब कुछ मंग लिया। फिर कहते एक ताजन तुरी चंगी, एक तुरकी की सुंदर घोड़ी होवे जिहड़ी बड़ी तेजी नाल दौड़न वाली होवे। सारे पदार्थ आ गए। फिर धन्ने ने अपने मन च विचार की कि परमात्मा ए धन्निया 36 प्रकार के पकवान घर विच आ जाण, पहनण नूं वधिया वस्त्र होण, खाण लई चंगे भोजन होण, किसी प्रकार की कमी ना होवे, पर घर नूं सांभण वाला भी कोई चाहिदा है। जे इन्ने पदार्थ घर विच होण, उहनूं संभालण वाला कोई ना होवे, फिर कहंदे ये पदार्थ किहड़े किस काम दे ने। कहण लगे फिर अखीर ते कहण लगे घर की गीहन चंगी,
ਜਨ ਧੰਨਾ ਲੇਵੈ ਮੰਗੀ। ਕਿ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ। ਘਰ ਕੀ ਗੀਹਨ, ਗੀਹਨ ਦਾ ਅਰਥ ਹੈ ਇਸਤਰੀ। ਇੱਥੇ ਬੁੱਧੀ ਰੂਪੀ ਇਸਤਰੀ, ਪ੍ਰਤੱਖ ਇਸਤਰੀ, ਕਿਉਂਕਿ ਪ੍ਰਤੱਖ ਜਿਹੜੀ ਇਸਤਰੀ ਹੈ, ਔਰਤ ਤੋਂ ਬਿਨਾਂ ਜਿਹੜਾ ਘਰ ਹੈ ਉਹ ਸੰਭਾਲਿਆ ਨਹੀਂ ਜਾ ਸਕਦਾ ਹੈ। ਔਰਤ ਹੀ, ਇਸਤਰੀ ਹੀ ਘਰ ਨੂੰ ਸੰਭਾਲਦੀ ਹੈ। ਅਤੇ ਪ੍ਰਤੱਖ ਤੌਰ 'ਤੇ ਸਾਡਾ ਜਿਹੜਾ ਅੰਤःਕਰਨ ਰੂਪੀ ਘਰ ਹੈ, ਇਹਨੂੰ ਸੰਭਾਲਣ ਦੇ ਲਈ ਬੁੱਧੀ ਰੂਪੀ ਇਸਤਰੀ ਦੀ ਲੋੜ ਹੈ। ਜੇ ਬੁੱਧੀ ਸਾਡੀ ਸ਼੍ਰੇਸ਼ਠ ਅਕਲ ਹੈ ਸਾਡੇ ਕੋਲ, ਜਿਹਦੇ ਰਾਹੀਂ ਅਸੀਂ ਅਕਲੀ ਸਾਹਿਬ ਸੇਵੀ ਹੈ, ਉਸ ਪਰਮਾਤਮਾ ਨੂੰ ਸੇਵਨਾ ਕਰੀ, ਚੰਗੇ ਕਰਮ ਕਰੀਏ ਅਤੇ ਸਾਡੀ ਅਕਲ ਫਿਰ ਚੰਗੀ ਹੈ ਅਤੇ ਗੁਰੂ ਸਵਾਰੇ, ਉਹਦੇ ਰਾਹੀਂ ਸਾਡਾ ਅੰਤःਕਰਨ ਰੂਪੀ ਘਰ ਸਬਰ ਜਾਵੇਗਾ, ਸਵਾਰਿਆ ਜਾਵੇਗਾ। ਪਰ ਜੇ ਬੁੱਧੀ ਰੂਪੀ ਇਸਤਰੀ ਸਾਡੀ ਚੰਗੀ ਨਹੀਂ ਹੈ, ਇਹਦੇ ਵਿੱਚ ਵਿਸ਼ੇ ਨੇ, ਵਿਕਾਰ ਨੇ, ਅਤੇ ਸੱਚ ਜਾਣਿਓ ਸਾਡਾ ਅੰਤःਕਰਨ ਫਿਰ ਸਾਫ਼ ਨਹੀਂ ਹੋਵੇਗਾ। ਜਿਵੇਂ ਘਰ ਦੇ ਵਿੱਚ ਸਫਾਈ ਨਾ ਕੀਤੀ ਜਾਵੇ, ਕੂੜਾ ਕਰਕਟ ਪਿਆ ਹੋਵੇ, ਕਾਗਜ਼ ਖਿਲਰੇ ਹੋਣ, ਜੂਠੇ ਭਾਂਡੇ ਪਏ ਹੋਣ, ਜਦੋਂ ਮਨੁੱਖ ਕਦੋਂ ਬਾਹਰੋਂ ਆਉਂਦੇ ਨਾ, ਕੋਈ ਕਹਿੰਦੇ ਦੇਖੋ ਇਸ ਘਰ 'ਚ ਕਿਵੇਂ ਗੰਦ ਪਾਇਆ ਹੋਇਆ ਹੈ। ਪਰ ਜਿਹੜਾ ਘਰ ਸਵਰਿਆ ਹੋਵੇ, ਸਵਾਰਿਆ ਹੋਵੇ, ਉਸ ਘਰ ਨੂੰ ਦੇਖ ਕੇ ਫਿਰ ਅੰਦਰੋਂ ਅਸੀਸਾਂ ਨਿਕਲਦੀਆਂ ਨੇ ਕਿ ਬੜਾ ਸੋਹਣਾ ਘਰ ਸਵਾਰਿਆ, ਬੜੀ ਸਫਾਈ ਰੱਖੀ ਹੋਈ ਹੈ। ਕਹਿੰਦੇ ਨੇ ਇੱਕ ਸ਼ਾਹੂਕਾਰ ਨੇ ਧਰਮਸ਼ਾਲਾ ਤਿਆਰ ਕਰ ਲਈ, ਬੜਾ ਪੈਸਾ ਸੀ, ਮਾਲਕ ਦੀ ਬਖਸ਼ਿਸ਼ ਸੀ। ਧਰਮਸ਼ਾਲਾ ਤਿਆਰ ਕੀਤੀ ਅਤੇ ਮਨ 'ਚ ਇਹ ਵਿਚਾਰ ਆ ਗਈ ਕਿ ਹੁਣ ਲੋਕ ਸੇਵਾ ਕਰਨੀ ਹੈ। ਬੜੀ ਧਨ ਸੰਪਦਾ ਕਮਾਈ, ਬੜਾ ਕੰਮ ਕੀਤਾ ਹੈ, ਹੁਣ ਕੰਮ ਕਰਨਾ ਹੈ। ਇਹ ਧਰਮਸ਼ਾਲਾ ਤਿਆਰ ਕਰਕੇ ਜਿੰਨੇ ਵੀ ਆਉਣ ਜਾਣ ਵਾਲੇ ਰਾਹੀਗਰ ਨੇ, ਉਹ ਇੱਥੇ ਆਉਣਗੇ, ਰਾਤ ਕੱਟਣਗੇ ਅਤੇ ਸਵੇਰੇ ਵੇਲੇ ਵੀ ਇੱਥੋਂ ਫਿਰ ਅੱਗੇ ਚਾਲੇ ਪਾਉਣਗੇ। ਅਤੇ ਇਸ ਤਰ੍ਹਾਂ ਸੇਵਾ ਨੂੰ ਤਤਪਰ ਹੋ ਕੇ ਉਹ ਗੁਰੂ ਸਵਾਰੇ ਸ਼ਾਹੂਕਾਰ ਨੇ ਸੁੰਦਰ ਇੱਕ ਸਰਾਮਣਾਣਾ ਕੀਤੀ, ਬੜੇ ਸੋਹਣੇ ਕਮਰੇ ਬਣਾਏ ਅਤੇ ਬਾਹਰ ਕੁਰਸੀ ਢਾ ਕੇ ਆਪ ਬੈਠਾ ਹੋਇਆ। ਜਦੋਂ ਕੋਈ ਵੀ ਮੁਸਾਫਰ ਚੱਲ ਕੇ ਆਉਂਦਾ, ਆਪ ਉਸ ਕਮਰੇ ਦੀ ਚਾਬੀ ਦਿੰਦਾ, ਅੰਦਰ ਨੂੰ ਸਵਾਰਦਾ ਅਤੇ ਕਮਰੇ ਦੀ ਚਾਬੀ ਦੇ ਕੇ ਫਿਰ ਗੁਰੂ ਸਾਹਿਬ ਆਪ ਛੱਡ ਕੇ ਆਉਂਦਾ। ਕਹਿੰਦੇ ਦੋ ਭਰਾ ਚੱਲ ਕੇ ਆਏ, ਜਿਨ੍ਹਾਂ ਦੇ ਜਦੋਂ ਸਫ਼ਰ ਕਰ ਰਹੇ ਸੀ, ਉਹ ਸ਼ਾਹੂਕਾਰ ਦੇ ਸਰਾਂ ਦੇ ਵਿੱਚ ਆ ਕੇ ਰੁਕੇ ਨੇ। ਸ਼ਾਹੂਕਾਰ ਨੇ ਜੀ ਆਇਆਂ ਨੂੰ ਆਖਣਾ ਕੀਤਾ, ਦੋਨਾਂ ਨੂੰ ਇੱਕ ਇੱਕ ਕਮਰੇ ਦੀ ਚਾਬੀ ਦੇਣਾ ਕੀਤੀ। ਹੁਣ ਦੋਨਾਂ ਦੇ ਬੱਚੇ ਨਾਲ ਨੇ, ਘਰ ਵਾਲੀਆਂ ਨਾਲ ਹਨ। ਕਹਿੰਦੇ ਨੇ ਜਦੋਂ ਵੱਖਰੇ ਵੱਖਰੇ ਕਮਰੇ ਵਿੱਚ ਦੋਨੋਂ ਹੀ ਪਰਿਵਾਰ ਜਦੋਂ ਬੈਠੇ ਨੇ, ਇੱਕ ਨਾ ਨੇ ਕਹਿੰਦੇ ਜਦੋਂ ਰਾਤ ਕੱਟੀ ਹੈ, ਸਵੇਰ ਹੋਈ, ਸਵੇਰ ਵੇਲੇ ਇਸ਼ਨਾਨ ਇਤਿਆਦਿ ਕੀਤਾ, ਕਿਰਿਆ ਸੋਧੀ ਹੈ। ਕਿਰਿਆ ਸੋਧਣ ਤੋਂ ਉਪਰੰਤ ਫਿਰ ਉਸ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਕਰ ਦਿੱਤੀ, ਕਮਰੇ ਨੂੰ ਸਾਫ਼ ਰੱਖਿਆ। ਇੱਕ ਜਿਹੜਾ ਦੂਜਾ ਸੀ, ਜਿਹੜਾ ਛੋਟਾ ਸੀ, ਛੋਟੇ ਭਰਾ ਦੇ ਬੱਚਿਆਂ ਨੇ ਕਿਤੇ ਕਾਗਜ਼ ਖਿਲਾਰ ਦਿੱਤੇ, ਕਿਤੇ ਮੂੰਗਫਲੀ ਦੇ ਛਿੱਲੜ ਖਿਲਾਰਨਾ ਕੀਤੇ, ਕੇਲੇ ਦੇ ਛਿੱਲੜ ਖਿਲਾਰਨਾ ਕੀਤੇ ਨੇ। ਭਾਵ ਕਹਿਣ ਦਾ ਅੰਦਰ ਖਿਲਾਰਾ ਪਾਤਾ ਪੂਰਾ। ਇੱਥੋਂ ਤੱਕ ਜਿਹੜੀ ਚਾਦਰ ਵਿਛੀ ਹੋਈ ਸੀ, ਬਿਸਤਰਾ ਜਿਵੇਂ ਵਿਛਿਆ, ਚਾਦਰ ਵੀ ਇਕੱਠੀ ਹੋਈ ਹੈ, ਨਾ ਕੰਬਲ ਦੀ ਤਹਿ ਲਾਣਾ ਕੀਤੀ, ਕੁਝ ਨਹੀਂ ਕਰਨਾ ਕੀਤਾ। ਜਦੋਂ ਹੁਣ ਇਹ ਰਾਤ ਕੱਟ ਕੇ ਅੱਗੇ ਤੁਰਨ ਲੱਗੇ, ਸ਼ਾਹੂਕਾਰ ਨੂੰ ਚਾਬੀ ਦਿੱਤੀ ਹੈ ਅਤੇ ਸ਼ਾਹੂਕਾਰ ਜੀ ਨੇ ਸ਼ਾਹੂਕਾਰ ਦਾ ਧੰਨਵਾਦ ਕੀਤਾ। ਅਤੇ ਕਹਿੰਦੇ ਨੇ ਜਦੋਂ ਇਹ ਚਲੇ ਗਏ, ਸ਼ਾਹੂਕਾਰ ਨੇ ਜਦੋਂ ਜਾ ਕੇ ਕਮਰੇ ਦੀਆਂ ਸਫਾਈ ਕਰਨੀ, ਚੈੱਕ ਕਰਨੇ ਸਨ ਜਾ ਕੇ, ਜਦੋਂ ਪਹਿਲਾ ਕਮਰਾ ਖੋਲ੍ਹਿਆ, ਪਹਿਲੇ ਕਮਰੇ ਦੇ ਵਿੱਚ ਖਲਾਰਾ ਪਿਆ ਹੋਇਆ ਹੈ। ਸਾਰਾ ਜਿੰਨੇ ਵੀ ਛਿੱਲੜ ਇਤਿਆਦਿਕ ਅੰਦਰ ਡਿੱਗੇ ਹੋਏ ਨੇ। ਅਤੇ ਸ਼ਾਹੂਕਾਰ ਦੇ ਮੁਖ ਤੋਂ ਇੱਕ ਆਵਾਜ਼ ਨਿਕਲੀ ਹੈ ਅਤੇ ਕਹਿਣ ਲੱਗਿਆ ਕਿ ਪਰਮਾਤਮਾ, ਇਹੋ ਜਿਹੇ ਤੂੰ ਮੇਰੇ ਘਰ ਕਦੇ ਨਹੀਂ ਭੇਜਣੇ।
ਜਿਹੜੇ ਆਪਣੇ ਕਮਰੇ ਦੀ ਸਫਾਈ ਨਹੀਂ ਰੱਖ ਸਕਦੇ ਹਨ, ਇਹੋ ਜਿਹੇ ਮੇਰੇ ਘਰ ਵਿੱਚ ਨਹੀਂ ਭੇਜਣੇ। ਫਿਰ ਮਨ 'ਚ ਵਿਚਾਰ ਕਰਦਾ ਕਿ ਇੱਕ ਕਮਰੇ ਵਿੱਚ ਇੰਨਾ ਗੰਦ ਪਿਆ ਹੋਇਆ ਹੈ ਤਾਂ ਦੋਨੋਂ ਭਰਾ ਸੀ, ਦੂਜੇ ਕਮਰੇ 'ਚ ਗੰਦ ਪਿਆ ਹੋਵੇਗਾ, ਉਹਨੇ ਵੀ ਸਫਾਈ ਨਹੀਂ ਕੀਤੀ ਹੋਵੇਗੀ। ਹੁਣ ਜਦੋਂ ਦੂਸਰੇ ਕਮਰੇ ਨੂੰ ਖੋਲ੍ਹਿਆ, ਜਿੰਦਰਾ ਖੋਲ੍ਹਿਆ, ਕੀ ਦੇਖਿਆ ਕਿ ਬੜੇ ਸੋਹਣੇ ਤਰੀਕੇ ਦੇ ਨਾਲ ਅੰਦਰ ਸਫਾਈ ਕੀਤੀ ਹੋਈ ਹੈ, ਚਾਦਰਾਂ ਬਿਲਕੁਲ ਸਿੱਧੀਆਂ, ਬਿਲਕੁਲ ਬਲ ਨਹੀਂ ਹੈ। ਅਤੇ ਉਸ ਸਮੇਂ ਸ਼ਾਹੂਕਾਰ ਦੇ ਮੁੱਖੋਂ ਇੱਕ ਆਵਾਜ਼ ਨਿਕਲੀ ਹੈ, ਅਸੀਸ ਨਿਕਲੀ ਹੈ, ਕਹਿਣ ਲੱਗਿਆ ਕਿ ਪਰਮਾਤਮਾ ਇਹੋ ਜਿਹੇ ਨਿਤਾ ਪ੍ਰਤੀ ਤੂੰ ਮੇਰੇ ਘਰ ਵਿੱਚ ਮੇਰੀ ਸਰਾਂ ਵਿੱਚ ਭੇਜਣਾ ਕਰ, ਇਹੋ ਜਿਹੇ ਪ੍ਰਵਾਨ ਨੇ। ਸੋ ਕਹਿਣ ਦਾ ਭਾਵ ਜਿਵੇਂ ਬਾਹਰ ਦੀ ਸਫਾਈ ਹੋਵੇ, ਬਾਹਰ ਦੀ ਸਫਾਈ ਦੇਖ ਕੇ ਆਪਾਂ ਸਲਾਹੁੰਦੇ ਹਾਂ, ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ ਨਾ, ਜਦੋਂ ਉਹਨਾਂ ਅੰਤःਕਰਨ ਦੀ ਸਫਾਈ ਹੋ ਜਾਂਦੀ ਹੈ, ਅੰਦਰ ਜਿਹਨਾਂ ਸਾਫ਼ ਹੋਵੇ ਅਤੇ ਘਰ ਸੰਭਾਲਿਆ, ਅੰਤःਕਰਨ ਘਰ ਸੰਭਾਲਿਆ ਹੋਵੇ ਨਾ, ਉਹਨਾਂ ਦੀ ਫਿਰ ਵਡਿਆਈ ਸੰਸਾਰ ਵਿੱਚ ਆਪਣੇ ਆਪ ਹੀ ਹੋਣ ਲੱਗ ਪੈਂਦੀ ਹੈ। ਸੋ ਭਗਤ ਧੰਨਾ ਜੀ ਕਹਿਣ ਲੱਗੇ ਕਿ ਪਰਮਾਤਮਾ ਕਿਰਪਾ ਕਰ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਤੇਰਾ ਜਨ ਧੰਨਾ ਤੇਰੇ ਪਾਸੋਂ ਇਹ ਮੰਗਦਾ ਏ, ਮੈਨੂੰ ਬੁੱਧੀ ਰੂਪੀ ਇਸਤਰੀ, ਪ੍ਰਤੱਖ ਉਹ ਇਸਤਰੀ ਦੇਣਾ ਕਰ ਜਿਹੜੀ ਸਾਰੇ ਘਰ ਨੂੰ ਸੰਭਾਲ ਸਕੇ। ਅਤੇ ਇਸ ਤਰ੍ਹਾਂ ਗੁਰੂ ਸਵਾਰਿਓ ਕਹਿਣ ਦਾ ਭਾਵ ਹੈ ਕਿ ਜਿਹੜਾ ਗੱਲ ਚੱਲ ਰਹੀ ਸੀ ਭੁੱਖ ਦੇ ਦੁੱਖ ਦੀ, ਹੁਣ ਦੇਖੋ ਭੁੱਖ ਦਾ ਦੁੱਖ ਸੀ ਅਤੇ ਭਗਤ ਧੰਨੇ ਜੀ ਨੇ ਸਭ ਕੁਝ ਪਰਮਾਤਮਾ ਪਾਸੋਂ ਮੰਗਿਆ। ਅਤੇ ਇਹ ਵਿਛੋੜੇ ਦਾ ਦੁੱਖ, ਭੁੱਖ ਦਾ ਦੁੱਖ, ਜੰਮਣ ਮਰਨ ਦਾ ਦੁੱਖ, ਵਿਸ਼ਿਆਂ ਦਾ ਦੁੱਖ, ਇਹ ਦੁੱਖ ਮਨੁੱਖ ਨੂੰ ਆ ਕੇ ਚਿਮੜੇ ਹੋਏ ਨੇ। ਪਰ ਗੁਰੂ ਸਾਹਿਬਾਨ ਜੀ ਕਹਿੰਦੇ ਨੇ, ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ, ਉਸ ਮਾਲਕ ਦੀ ਨਦਰ ਹੋ ਗਈ, ਮਿਹਰ ਹੋ ਗਈ, ਅਤੇ ਮਾਲਕ ਦੀ ਮਿਹਰ ਦੇ ਨਾਲ ਕਹਿੰਦੇ ਫਿਰ ਐਸੀ ਬਖਸ਼ਿਸ਼ ਹੋਵੇਗੀ ਅਤੇ ਮਰੈ ਨ ਜੰਮੈ ਚੂਕੈ ਫੇਰੀ। ਇਹ ਜੀਵ ਤੂੰ ਜੰਮਣ ਮਰਨ ਦੇ ਵਿੱਚ ਨਹੀਂ ਆਵੇਗਾ, ਤੇਰਾ ਮਾਲਕ ਨੇ ਜੰਮਣ ਮਰਨ ਦਾ ਚੱਕਰ ਕੱਟ ਦੇਣਾ ਹੈ। ਸੰਸਾਰ ਦੀ ਜਿਹੜੀ ਫੇਰੀ ਹੈ, ਬਾਰ ਬਾਰ ਤੂੰ ਸੰਸਾਰ 'ਚ ਫੇਰੀ ਲਾਉਂਦਾ ਨਾ, ਇਹ ਫੇਰੀ ਤੇਰੀ ਕੱਟੀ ਜਾਵੇਗੀ। ਸਾਚੇ ਗੁਣ ਗਾਵੈ ਦਿਨ ਰਾਤੀ, ਜੁਗ ਜੁਗ ਏਕੋ ਜਾਤਾ ਹੈ। ਅਤੇ ਇਹੋ ਜਿਹੇ ਜਿਹੜੇ ਪਿਆਰੇ ਨੇ, ਜਿਨ੍ਹਾਂ ਉੱਤੇ ਮਾਲਕ ਦੀ ਨਦਰ ਹੁੰਦੀ, ਮਿਹਰ ਹੁੰਦੀ ਹੈ, ਉਹ ਦਿਨ ਰਾਤ ਸੱਚੇ ਪਰਮੇਸ਼ਰ ਦੇ, ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦੇ ਹਨ, ਸਿਫਤ ਸਲਾਹ ਕਰਦੇ ਹਨ। ਅਤੇ ਜੁਗ ਜੁਗ ਏਕੋ ਜਾਤਾ ਹੈ, ਹਰੇਕ ਯੁੱਗ ਦੇ ਵਿੱਚ, ਹਰ ਸਮੇਂ, ਭਾਵ ਸਤਿਯੁਗ ਵਿੱਚ ਵੀ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਦੇ ਵਿੱਚ ਵੀ ਇੱਕ ਪਰਮੇਸ਼ਰ ਨੂੰ ਜਾਣਦੇ ਹਨ ਕਿ ਇੱਕ ਵਾਹਿਗੁਰੂ ਉਦੋਂ ਵੀ ਇੱਕ ਸੀ ਅਤੇ ਅੱਜ ਵੀ ਪਰਮੇਸ਼ਰ ਵਾਹਿਗੁਰੂ ਉਹੀ ਹੈ, ਉਹ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ। ਮਨੁੱਖ ਵਾਰ-ਵਾਰ, ਜੀਵ ਵਾਰ-ਵਾਰ ਜਨਮ ਲੈਂਦੇ ਨੇ, ਮਰ ਜਾਂਦੇ, ਫਿਰ ਸਰੀਰ ਨਵੇਂ ਲੈ ਕੇ ਆਉਂਦੇ, ਫਿਰ ਮਰ ਜਾਂਦੇ ਨੇ, ਪਰ ਪਰਮਾਤਮਾ ਇੱਕ ਹੈ, ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਅਤੇ ਅੱਗੇ ਵੀ ਹੋਵੇਗਾ। ਅਤੇ ਪ੍ਰਭੂ ਦੇ ਪਿਆਰੇ ਇੱਕ ਪਰਮੇਸ਼ਰ ਨੂੰ ਹੀ ਸਾਰੀਆਂ ਥਾਵਾਂ 'ਤੇ ਜਾਣਦੇ ਹਨ। ਮਾਇਆ ਮੋਹੇ ਸਭ ਜਗਤ ਉਪਾਇਆ, ਬ੍ਰਹਮਾ ਵਿਸ਼ਨ ਦੇਵ ਸਵਾਇਆ। ਅਗਲੀ ਪੰਕਤੀ 'ਚ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮਾਇਆ ਦੇ ਮੋਹ ਦੇ ਵਿੱਚ ਸਾਰਾ ਜਗਤ ਪਰਮਾਤਮਾ ਨੇ ਪੈਦਾ ਕੀਤਾ ਹੈ। ਜਦੋਂ ਸੰਸਾਰ ਨੂੰ ਪਰਮਾਤਮਾ ਬਣਾਉਣ ਲੱਗਿਆ ਨਾ, ਮਨ 'ਚ ਇਹ ਵਿਚਾਰ ਆਈ ਕਿ ਮੈਂ ਇੱਕ ਤੋਂ ਬਹੁਤੇ ਰੂਪ ਹੋਣਾ ਕਰਾਂ। ਇੱਕ ਤੋਂ ਬਹੁਤੇ ਰੂਪ ਹੋਣ ਦੇ ਲਈ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਆਪਣੀ ਮਾਇਆ ਦਾ ਪਸਾਰਾ ਕੀਤਾ। ਉਸੇ ਹੀ ਮਾਇਆ ਦੇ ਸੰਕਲਪ ਦੇ ਰਾਹੀਂ ਫਿਰ ਵਾਹਿਗੁਰੂ ਪਰਮਾਤਮਾ ਨੇ ਅੱਗੇ ਸੰਸਾਰ ਬਣਾ ਦਿੱਤਾ। ਸੰਸਾਰ ਦਾ ਫਿਰ
ਅਨੇਕਾਂ ਜੀਵ ਜੰਤੂ ਪੈਦਾ ਕਰਤੇ ਮਾਇਆ ਦੇ ਪ੍ਰਭਾਵ ਦੇ ਨਾਲ ਹੀ। ਅਤੇ ਉਹਨਾਂ ਜੀਵ ਜੰਤੂਆਂ ਦੇ ਵਿੱਚ ਵਾਹਿਗੁਰੂ ਆਪ ਜਾ ਕੇ ਬੈਠ ਗਿਆ। ਅਤੇ ਸਤਿਗੁਰੂ ਜੀ ਜਿੱਥੇ ਇਹ ਜਿੰਨੇ ਵੀ ਮਨੁੱਖ ਨੇ 84 ਲੱਖ ਜੂਨਾਂ ਨੇ, ਸਤਿਗੁਰੂ ਹਿੰਦੂ ਮਤ ਦੇ ਅਨੁਸਾਰ 3 ਦੇਵਤੇ ਮੰਨੇ ਗਏ ਨੇ, ਬ੍ਰਹਮਾ ਵਿਸ਼ਨ ਮਹੇਸ਼। ਅਤੇ ਸਤਿਗੁਰੂ ਇਹ ਪਰਮੇਸ਼ਰ ਨੇ ਕਿ ਇਹੀ ਰੱਬ ਹਨ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਜਿੱਥੇ ਜੀਵ ਜੰਤੂ ਪਰਮਾਤਮਾ ਨੇ ਪੈਦਾ ਕੀਤੇ ਨੇ, ਉੱਥੇ ਨਾਲ ਹੀ ਜਿਹੜੇ ਬ੍ਰਹਮਾ ਵਿਸ਼ਨ ਮਹੇਸ਼ ਸਬਾਇਆ, ਇਹ ਵੀ ਕਹਿੰਦੇ ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਪੈਦਾ ਹੋਏ ਨੇ। ਵੱਖਰੇ ਵੱਖਰੇ ਆਹਾਰਾਂ ਵਿੱਚ, ਕੰਮਾਂ ਕਾਰਾਂ ਦੇ ਵਿੱਚ ਵਾਹਿਗੁਰੂ ਨੇ ਇਹਨਾਂ ਨੂੰ ਲਾਣਾ ਕੀਤਾ। ਇੱਕ ਨੂੰ ਹੁਕਮ ਕਰਤਾ ਕਿ ਤੂੰ ਰੋਜੀ ਰੋਟੀ ਦੇਣਾ ਕਰ। ਦੇਣ ਵਾਲਾ ਪਰਮਾਤਮਾ ਹੈ, ਪਰ ਡਿਊਟੀ ਲਾਈ ਹੋਈ ਹੈ। ਇੱਕ ਨੂੰ ਇਹ ਹੁਕਮ ਕਰ ਦਿੱਤਾ ਕਿ ਤੂੰ ਭਾਈ ਜੀਵਾਂ ਦੀ ਬਣਤਰ ਬਣਾਉਣਾ ਕਰ, ਅਤੇ ਇੱਕ ਨੂੰ ਹੁਕਮ ਕਰ ਦਿੱਤਾ ਕਿ ਤੈਂ ਸੰਘਾਰ ਕਰਨਾ ਹੈ। ਇਸ ਤਰ੍ਹਾਂ ਇਹਨਾਂ ਦਾ ਤੂੰ ਸਾਰਾ ਜਿਹੜਾ ਹੈ ਤੂੰ ਖਤਮ ਕਰਨਾ ਹੈ। ਪਰ ਦੁਨੀਆ ਦੇ ਲੋਕਾਂ ਨੇ ਗੁਰੂ ਸਰ ਇਹਨਾਂ ਤਿੰਨਾਂ ਨੂੰ ਦੇਵਤੇ ਜਿਹੜੇ ਪਰਮਾਤਮਾ ਮੰਨ ਕੇ ਇਹਨਾਂ ਦੀ ਪੂਜਾ ਕਰਨ ਲੱਗ ਪਏ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨਹਿ ਪਿਵ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਨਿਸ਼ਾਨ ਨਹੀਂ ਹੈ, ਚਿੰਨ੍ਹ ਨਹੀਂ ਹੈ। ਪਰ ਹਿੰਦੂ ਮਤ ਅਨੁਸਾਰ ਸ਼ਿਵ ਜੀ ਨੂੰ ਕਹਿੰਦੇ ਪਰਮਾਤਮਾ ਮੰਨਦੇ ਨੇ, ਮਹਾਸ਼ਿਵ ਮਹਾਦੇਵ ਮੰਨਦੇ ਹਨ ਕਿ ਸਭ ਤੋਂ ਵੱਡਾ ਦੇਵਤਾ ਹੈ। ਪਰ ਗੁਰਬਾਣੀ ਨੇ ਖੰਡਨ ਕਰਤਾ, ਕਹਿੰਦੇ ਨਹੀਂ, ਜਿਹੜਾ ਪਰਮਾਤਮਾ ਹੈ, ਪਰਮਾਤਮਾ ਦਾ ਕੋਈ ਰੂਪ ਰੰਗ ਹੀ ਨਹੀਂ ਹੈ। ਇੱਕ ਜੋਤ, ਅਖੰਡ ਜੋਤ ਦੇ ਵਿੱਚੋਂ ਜਿੰਨੇ ਵੀ ਇਹ ਦੇਵੀ ਦੇਵਤੇ ਨੇ ਜਾਂ ਪੀਰ ਪਕੰਬਰ ਨੇ, ਔਲੀਏ ਹਨ, ਜਿੰਨੀਆਂ ਵੀ ਸ਼ਕਤੀਆਂ ਹਨ, ਇੱਕ ਅਖੰਡ ਜੋਤ ਤੋਂ ਪੈਦਾ ਹੋਈਆਂ ਨੇ। ਹੁਣ ਗੁਰੂ ਪਾਤਸ਼ਾਹ ਮਹਾਰਾਜ ਨੇ ਤਾਂ ਉਸ ਅਕਾਲ ਪੁਰਖ ਦਾ ਰੂਪ ਵਰਣਨ ਕੀਤਾ ਹੈ। ਜਦੋਂ ਆਪਾਂ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਅਕਾਲ ਉਸਤਤ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਏਕ ਸ਼ਿਵ ਭਏ ਏਕ ਗੇ ਏਕ ਫਿਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਸਤਿਗੁਰੂ ਕਹਿੰਦੇ ਨੇ ਤੁਸੀਂ ਇੱਕ ਸ਼ਿਵ ਜੀ ਦੀ ਗੱਲ ਕਰਦੇ ਹੋ। ਕਹਿੰਦੇ ਦੇਖੋ, ਪਰਮਾਤਮਾ ਦੇ ਹੁਕਮ ਦੇ ਵਿੱਚ ਇੱਕ ਸ਼ਿਵ ਜੀ ਸੰਸਾਰ 'ਚ ਪੈਦਾ ਹੋਇਆ, ਆਪਣੀ ਆਜੂ ਭੋਗ ਕੇ ਚਲਿਆ ਗਿਆ। ਫਿਰ ਕਹਿੰਦੇ ਦੂਜਾ ਪੈਦਾ, ਫਿਰ ਚਲਿਆ ਗਿਆ। ਇਸ ਤਰ੍ਹਾਂ ਸਿਲਸਿਲਾ ਲਗਾਤਾਰ ਜਾਰੀ ਹੈ। ਕਹਿੰਦੇ ਤੁਸੀਂ ਇੱਕ ਰਾਮਚੰਦਰ ਦੀ ਗੱਲ ਕਰਦੇ, ਇੱਕ ਕ੍ਰਿਸ਼ਨ ਦੀ ਗੱਲ ਕਰਦੇ ਹੋ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇੱਕ ਨਹੀਂ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਿ ਅਨੇਕਾਂ ਅਵਤਾਰ ਨੇ, ਬਾਰ-ਬਾਰ ਇਹ ਜਨਮ ਲੈਂਦੇ ਨੇ ਅਤੇ ਮਰਦੇ ਹਨ। ਪਰ ਜਿਹੜਾ ਪਰਮਾਤਮਾ ਹੈ, ਪਰਮਾਤਮਾ ਜੰਮਣ ਮਰਨ ਤੋਂ ਰਹਿਤ ਹੈ। ਉਹਦੇ ਪੈਦਾ ਕੀਤੇ ਹੋਏ ਨੇ। ਇਹਨਾਂ ਨੂੰ ਸ਼ਕਤੀਆਂ ਦੇ ਕੇ ਵਾਹਿਗੁਰੂ ਨੇ ਸੰਸਾਰ 'ਚ ਭੇਜਿਆ। ਜਿਵੇਂ ਆਪਾਂ, ਕਿਉਂਕਿ ਆਪਾਂ ਖੰਡਨ ਨਹੀਂ ਕੀਤਾ ਜਾ ਸਕਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਥੇ ਤੱਕ ਬਚਨ ਕੀਤੇ ਨੇ, ਕਹਿੰਦੇ ਨੇ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਿਨ ਦੀਓ, ਕਲਯੁਗ ਪ੍ਰਣਾਮ ਅੰਗਦ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਖੰਡਨ ਨਹੀਂ ਕੀਤਾ ਜਾ ਸਕਦਾ ਹੈ। ਸਮੇਂ ਸਮੇਂ ਦੇ ਅਵਤਾਰੀ ਪੁਰਸ਼ ਹੋਏ ਨੇ, ਪਰਮਾਤਮਾ ਦੇ ਭੇਜੇ ਹੋਏ। ਕਦੇ ਬਾਵਨ ਰੂਪ ਧਾਰਨ ਕਰਕੇ ਆਇਆ, ਕਦੇ ਰਾਮ ਜੀ ਦੇ ਰੂਪ ਵਿੱਚ ਤਾਂ ਪਰਮੇਸ਼ਰ ਰੂਪ ਧਾਰਨ ਕਰਕੇ ਆਇਆ, ਕਦੇ ਗੁਰੂ ਕ੍ਰਿਸ਼ਨ ਜੀ ਦੇ ਰੂਪ ਵਿੱਚ ਆਇਆ। ਫਿਰ ਕਲਯੁਗ ਦੇ ਸਮੇਂ ਵਿੱਚ
ਗੁਰੂ ਨਾਨਕ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਵੱਖਰੇ ਵੱਖਰੇ ਰੂਪ ਧਾਰਨ ਕੀਤੇ। ਸਰੀਰ ਇੱਕ ਵੱਖਰੇ ਸਨ, ਜੋਤ ਇੱਕ ਸੀ। ਜਿਵੇਂ ਕ੍ਰਿਸ਼ਨ ਜੀ ਹੋਏ, ਰਾਮ ਜੀ ਹੋਏ, 52 ਅਵਤਾਰ ਹੋਇਆ, ਇਹਨਾਂ ਦੀ ਡਿਊਟੀ ਲਾਈ ਸੀ ਪਰਮਾਤਮਾ ਨੇ ਕਿ ਆਹ ਕੰਮ ਸੰਸਾਰ 'ਚ ਕਰਨੇ ਨੇ, ਇਹ ਕਾਰਜ ਕਰਨੇ ਨੇ। ਜਿੰਨੀ ਕੁ ਉਹਨਾਂ ਨੂੰ ਸ਼ਕਤੀ ਬਖਸ਼ੀ ਸੀ ਉਹਦੇ ਮੁਤਾਬਕ ਕਾਰਜ ਕਰਕੇ ਗਏ ਨੇ। ਪਰ ਜਦੋਂ ਦੇਖਿਆ ਪਰਮੇਸ਼ਰ ਨੇ ਕਿ ਸੰਸਾਰ ਦੇ ਵਿੱਚ ਮੈਂ ਰਾਮ ਨੂੰ ਭੇਜਿਆ, ਕ੍ਰਿਸ਼ਨ ਨੂੰ ਭੇਜਿਆ, ਮੈਂ ਅਨੇਕਾਂ ਅਵਤਾਰ ਭੇਜਣਾ ਕੀਤੇ ਨੇ, ਇਹਨਾਂ ਤੋਂ ਗੱਲ ਨਹੀਂ ਬਣੀ ਹੈ। ਉਦੋਂ ਫਿਰ ਪਰਮਾਤਮਾ ਨੇ ਸੰਸਾਰ ਦਾ ਭਲਾ ਕਰਨ ਹਿੱਤ, ਲੋਕਾਈ ਦੇ ਕਲਿਆਣ ਹਿੱਤ ਕਹਿੰਦੇ ਆਪ ਪਰਮੇਸ਼ਰ ਨੇ ਫਿਰ ਅਵਤਾਰ ਧਾਰਨ ਕੀਤਾ। ਆਪ ਅਵਤਾਰ ਧਾਰਨ ਕੀਤਾ, ਫਿਰ ਅਨੇਕਾਂ ਸ਼ਕਤੀਆਂ ਲੈ ਕੇ ਵਾਹਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੋਇਆ। ਸਤਿਗੁਰੂ ਮਹਾਰਾਜ ਦੇ ਬਚਨ ਪੜ੍ਹਦੇ ਆਪਾਂ ਕਿ 16 ਕਲਹ ਸਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। 16 ਕਲਾ ਸੰਪੰਨ ਕੌਣ ਸੀ? ਸ਼੍ਰੀ ਕ੍ਰਿਸ਼ਨ ਜੀ। ਜਦੋਂ ਆਪਾਂ ਹਿੰਦੂ ਮਤ ਦੇ ਗ੍ਰੰਥ ਪੜ੍ਹਦੇ ਆ ਨਾ, ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ ਕਿ 14 ਸ਼ਕਤੀਆਂ ਸ਼੍ਰੀ ਰਾਮ ਜੀ ਲੈ ਕੇ ਆਏ ਸਨ। ਰਾਮ ਜੀ ਨੂੰ 14 ਸ਼ਕਤੀਆਂ ਪਰਮਾਤਮਾ ਪਾਸੋਂ ਮਿਲੀਆਂ, ਜਿਹਦੇ ਰਾਹੀਂ ਉਹਨਾਂ ਨੇ ਫਿਰ ਸੰਸਾਰ ਦੇ ਭਲੇ ਵਿੱਤ ਕਾਰਜ ਕੀਤੇ। ਫਿਰ ਕ੍ਰਿਸ਼ਨ ਜੀ ਦਾ ਸਮਾਂ ਆਇਆ, 16 ਕਲਾ ਸੰਪੂਰਨ ਲੈ ਕੇ, ਸ਼ਕਤੀਆਂ ਲੈ ਕੇ ਆਇਆ, ਤੇ ਸਮੇਂ ਅਨੁਸਾਰ ਜਿੰਨਾ ਹੁਕਮ ਸੀ ਉਹਦੇ ਮੁਤਾਬਕ ਕਾਰਜ ਕੀਤੇ। ਜਦੋਂ ਇਹਨਾਂ ਤੋਂ ਗੱਲ ਨਹੀਂ ਬਣੀ ਤੇ ਕਹਿੰਦੇ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਅਨੇਕਾਂ ਸ਼ਕਤੀਆਂ ਲੈ ਕੇ ਠਾਕੁਰ ਪਰਮੇਸ਼ਰ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ 'ਚ ਪ੍ਰਗਟ ਹੋ ਗਿਆ। ਜਿਹਦੇ ਬਾਬਤ ਭੱਟ ਜੀ ਕਹਿੰਦੇ ਨੇ, ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਨਿਰੰਕਾਰ ਨੇ ਆਕਾਰ ਬਣਾਉਣਾ ਕੀਤਾ, ਸਰੀਰ ਧਾਰਨ ਕਰਕੇ ਨਿਰੰਕਾਰ, ਜਿਹੜਾ ਕਾਰ ਤੋਂ ਰਹਿਤ ਹੈ ਨਾ, ਉਹ ਆਕਾਰ ਬਣਾ ਕੇ ਸੰਸਾਰ 'ਚ ਆ ਗਿਆ। ਗੁਰੂ ਨਾਨਕ ਦੇ ਰੂਪ ਵਿੱਚ ਜੋਤ ਪ੍ਰਗਟ ਹੋ ਗਈ। ਤੇ ਉਸ ਜੋਤ ਨੇ ਫਿਰ ਕੀ ਕੀਤਾ? ਜੋ ਹੁਕਮ ਸੀ ਪਰਮਾਤਮਾ ਦਾ, ਵਾਹਿਗੁਰੂ ਦਾ, ਕਿ ਭੁੱਲੀ ਭੁਲਾਈ ਲੜ ਲੁਕ